now you do not even want to close your eyes. So instead, you circle the city before the stores and the shops, where the city meets the sea, the decaying crust of... ऐसा ना जो साडा कोई गल नहीं ਜਿਹੜੇ ਪੜ੍ਹਦੇ ਕਿਤਾਬਾਂ ਲਾਉ ਛਪ ਰਹੀ ਹੈ ਉਸ ਤੋਂ ਬਿਹਤਰ ਮਿਲਦੀ ਤੇ ਬਹੁਤ ਕੋਈ ਨਹੀਂ ਤੁਸੀਂ ਸਾਡਾ ਬਣਿਆ ਪੈਕੇਜ जी बिस्मिल्लाहिर्रहमानिर्रहीम। मेरा नाम सईद अहमद और मैं रावलपिंडी तो आया। एक अरसे तो मैं काम कर रहा इन्होंने बाबियां ते जिहड़े साडे पंजाब दी साडी विजडम है ग्रेट सूफी विजडम सीरीज़ के नाम ते मेरिया बुक्स ने बहुत सारिया। पढ़ाई मैं इकनॉमिक्स है पिंडी गवर्नमेंट कॉलेज। ये मेरा पैशन रहा अपनी जुबान पंजाबी जुबान पंजाब दी विजडम। सो इस हवाले दे नाल फिर मैं पहला काम किया वारिस शाह ते वो किताब मेरी ग्रेट सूफी विजडम वारिस शाह। ये मेरी पहली किताब सी अज तो कोई 2002 विच मैं स्टार्ट लिया सी किताब लिखण च। इंतहाई 96 सफ़े की किताब कीमत सिर्फ 50 रुपये। ये जान के मैं ऐसा काम कर रहा जिहदे लोगों तक चीज़ जावे। ये मेरी ख्वाहिश है। ये कोई प्रॉफिट मोटिव या
ਸ਼ੋਹਰਤ ਵਾਲਾ ਮੋਟਿਵ ਵੀ ਨਹੀਂ ਹੈਗਾ ਇਹਦੇ 'ਚ। ਲੇਕਿਨ ਇਹ ਹੈ ਕਿ ਜਿਹੜੀ ਸਾਡੀ ਵਿਜ਼ਡਮ ਹੈ, ਰੀਅਲ ਵਿਜ਼ਡਮ ਆ ਪੰਜਾਬ, ਜਿਹੜੀ ਬੜੀ ਡੀਪ ਹੈ, ਜਿਸ ਤੋਂ ਪੰਜਾਬੀਆਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਮਹਿਰੂਮ ਕਰ ਦਿੱਤਾ ਗਿਆ। ਔਰ ਇਹ ਚਾਲ ਚੱਲੀ ਸੀ ਏਲੀਅਨਸ ਜਿਹੜੀਆਂ ਫੋਰਸਿਸ ਨੇ, ਬਾਹਰ ਦੀਆਂ ਕੂਵਤਾਂ ਜਿਹੜੀਆਂ, ਉਹਨਾਂ ਦੇ ਆਪਣੇ ਇੰਟਰਨੈਸ਼ਨਲ ਕੁਝ ਏਜੰਡੇ, ਉਹਨਾਂ ਏਜੰਡਿਆਂ ਦੀ ਖਾਤਰ ਇਹਨਾਂ ਨੇ ਕਿਹਾ ਕਿ ਪੰਜਾਬ 'ਚੋਂ ਪੰਜਾਬੀ ਔਰ ਫਾਰਸੀ 2 ਜ਼ੁਬਾਨਾਂ ਹਟਾ ਕੇ, ਉਹ ਫਿਰ 1849 ਜਿਸ ਵੇਲੇ ਅੰਗਰੇਜ਼ ਤੇ ਆਇਆ ਪੰਜਾਬ 'ਚ, ਉਹਨਾਂ ਨੇ ਆ ਕੇ ਫਿਰ 2 ਜ਼ੁਬਾਨਾਂ ਰਿਪਲੇਸ ਕੀਤੀਆਂ, ਪੰਜਾਬੀ ਦੀ ਥਾਂ ਉਰਦੂ ਲੈਣ ਦੀ ਔਰ ਫਾਰਸੀ ਦੀ ਥਾਂ ਜਿਹੜੀ ਹੈ ਉਹ ਇੰਗਲਿਸ਼ ਲੈਣ ਦੀ। ਸੋ ਇਹ 2 ਜ਼ੁਬਾਨਾਂ ਜਿਹੜੀਆਂ ਇਸ ਇਲਾਕੇ ਦੀਆਂ ਸੀ। ਸਾਡੇ ਸਾਰੇ ਸੂਫੀਆਂ ਦਾ ਕਲਾਮ ਜਿਹੜਾ ਉਹ ਪੰਜਾਬੀ ਜ਼ਬਾਨ 'ਚ ਹੈ, ਮਾਦਰੀ ਜ਼ਬਾਨ 'ਚ ਹੈ। ਉਹਦੇ ਨਾਲ ਜਿਹੜੇ ਹੈਡਿੰਗਸ ਇਹਨਾਂ ਦੇ ਹੁੰਦੇ ਸੀ ਉਹ ਫਾਰਸੀ 'ਚ ਹੁੰਦੇ ਸੀ। ਸੋ ਪਰਸ਼ੀਅਨ ਜਿਹੜੀ ਸੀ ਸਾਡੀ ਉਹ ਜ਼ਬਾਨ, ਦੈਟ ਵਾਜ਼ ਲਾਈਕ ਅ ਲਿੰਕ ਲੈਂਗੁਏਜ, ਇਲਮੀ ਜ਼ਬਾਨ ਦੇ ਤੌਰ 'ਤੇ ਸੀ। ਜਿਹੜੀ ਲੋਕਲ ਜ਼ਬਾਨ ਸੀ, ਅਵਾਮੀ ਜ਼ਬਾਨ ਸੀ, ਮਖਲੂਕ ਦੀ ਜ਼ਬਾਨ ਸੀ, ਉਹ ਪੰਜਾਬੀ ਸੀ। ਬਾਬਾ ਜੀ ਫਰੀ ਸ਼ਕਰ ਗੰਜ ਨੇ ਅੱਜ ਤੋਂ 800 ਸਾਲ ਪਹਿਲਾਂ ਜਦ ਇਹ ਫਰਮਾਇਆ ਕਿ ਰੁੱਖੀ ਸੁੱਕੀ ਖਾਈ ਕੇ ਠੰਡਾ ਪਾਣੀ ਪੀ, ਫਰੀਦਾ ਵੇਖ ਪਰਾਈ ਚੋਪੜੀ ਨਾ ਤਰਸਾਵੀਂ ਜੀ। ਇਹ ਪੂਰਾ ਮੈਸੇਜ ਹੈ। ਇਹ ਦੋ ਮਿਸਰੇ ਨਹੀਂ ਹੈਗੇ ਬਾਬਾ ਜੀ ਦੇ, ਜਿਹੜੇ ਅਸ਼ਲੋਕ ਨੇ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਨੇ। ਬਾਬਾ ਜੀ ਦੇ 130 ਅਸ਼ਲੋਕ ਨੇ, ਜਿਨ੍ਹਾਂ 'ਚ 112 ਅਸ਼ਲੋਕ ਬਾਬਾ ਜੀ ਫਰੀ ਗੰਜ ਸ਼ਕਰ ਦੇ ਨੇ। ਸੋ ਆਪ ਸਰਕਾਰ ਨੇ ਇਸਲੇ ਲਫ਼ਜ਼ ਕਿਹਾ ਕਿ ਰੁੱਖੀ ਸੁੱਕੀ ਖਾ, ਇਹਦਾ ਮਤਲਬ ਇਹਦੇ 'ਚ ਇੱਕ ਕਿਸਮ ਦਾ ਮੈਸੇਜ ਹੈ। ਮੈਸੇਜ ਕੀ ਹੈਗਾ ਕਿ ਰੱਬ ਦੀ ਰਜ਼ਾ ਤੇ ਰਾਜ਼ੀ ਰਹਿਣਾ ਹੈ। ਵੇਖ ਪਰਾਈ ਚੋਪੜੀ, ਸੋ ਦੂਜੇ ਦੀ ਜਿਹੜੀ ਚੋਪੜੀ ਹੈ, ਚੋਪੜੀ ਆਫ ਦਾ ਅਦਰ ਪਰਸਨ, ਬਟਰਡ ਬ੍ਰੈਡ ਆਫ ਦਾ ਅਦਰ ਪਰਸਨ, ਉਹਨੂੰ ਵੇਖ ਕੇ ਜੈਲਸ ਨਹੀਂ ਹੋਣਾ, ਉਹਨੂੰ ਵੇਖ ਕੇ ਫਿਰ ਫਰਸਟ੍ਰੇਟ ਨਹੀਂ ਹੋਣਾ। ਸੋ ਪ੍ਰੋਬਲਮ ਇਜ਼ ਦੈਟ ਕਿ ਜਦੋਂ ਇਨਸਾਨ ਇਸ ਸਾਦਾ ਜ਼ਿੰਦਗੀ ਨੂੰ, ਜਿਹੜੀ ਸਾਡੀ ਰਹਿਤਲ ਸਾਡੇ ਬਜ਼ੁਰਗਾਂ ਦੀ, ਇਸ ਪੰਜਾਬ ਦੀ ਰਹਿਤਲ ਕੀ ਸੀ ਕਿ ਜੋ ਵੰਡ ਖਾਏ ਸੋ ਖੰਡ ਖਾਏ, ਜੋ ਅੱਡ ਖਾਏ ਸੋ ਹੱਡ ਖਾਏ। ਇਹ ਪੰਜਾਬ ਦੀ ਰਹਿਤਲ ਸੀ। ਜਿਹਨੂੰ ਤੁਸੀਂ ਕਹਿੰਦੇ ਬੁੱਲੇ ਨਾਲੋਂ ਚੁੱਲ੍ਹਾ ਚੰਗਾ, ਜਿਸ ਤੇ ਅੰਨ ਪਕਾਈ ਦਾ, ਰਲ ਫਕੀਰਾ ਮਜਲਿਸ ਕੀਤੀ, ਭੋਰਾ ਭੋਰਾ ਖਾਈ ਦਾ। ਸੋ ਜਿਸਲੇ ਫਕੀਰ ਮਜਲਿਸ ਕਰਦੇ ਨੇ, ਅੱਲਾ ਵਾਲੇ ਬੈਠਦੇ ਨੇ, ਉਹ ਭੋਰਾ ਭੋਰਾ ਖਾਂਦੇ ਨੇ। ਲੇਕਿਨ ਦੁਨੀਆਦਾਰ ਜਿਹੜਾ ਹੈ ਉਹ ਕੋਸ਼ਿਸ਼ ਕਰਦਾ ਕਿ ਸਭ ਕੁਝ ਲਵੇਟ ਕੇ ਮੈਂ ਲੈ ਜਾਵਾਂ। ਸੋ ਇੱਕ ਬੜੀ ਕੰਟਰੇਰੀ ਆਪੋਜ਼ਿਟ ਕਿਸਮ ਦਾ ਸਾਡੀ ਥਿਊਰੀ ਹੈ ਜਿਹੜੀ ਪੰਜਾਬ ਦੀ, ਜਿਹੜੀ ਮੈਂ ਸਮਝਦਾ ਜਿਹੜੀ ਸੂਫੀਜ਼ਮ ਪੰਜਾਬ ਦਾ, ਜਿਹੜੀ ਪੰਜਾਬ ਜਿਹੜੀ ਸਪਿਰਿਚੁਅਲਿਟੀ ਹੈ, ਜਿਹੜੀ ਰੂਹਾਨੀਅਤ ਹੈ, ਇਟ ਇਜ਼ ਕੁਆਇਟ ਡਿਫਰੈਂਟ ਔਰ ਇਹ ਕੁਆਇਟ ਡਿਸਟਿੰਕਟ। ਇਹ ਬਹੁਤ ਹੀ ਡਿਫਰੈਂਟ ਕਿਸਮ ਦੀ ਬਾਕੀ ਦੀ ਤਮਾਮ ਸੂਫੀ ਜਿਹੜੇ ਥਾਟਸ ਨੇ, ਜਿਹੜੇ ਸੂਫੀ ਸੋਰਸਿਸ ਨੇ, ਇਹ ਉਹਨਾਂ ਦਾ ਬਲੈਂਡ ਹੈ। ਸੋ ਇਹਦੇ 'ਚ ਪਰਸ਼ੀਅਨ ਸੂਫੀਜ਼ਮ, ਇਹਦੇ 'ਚ ਅਰੇਬਿਕ ਸੂਫੀਜ਼ਮ, ਇਹਦੇ 'ਚ ਗ੍ਰੀਕ ਸੂਫੀਜ਼ਮ, ਇਹਦੇ 'ਚ ਵਦਾਂਤਿਕ ਸੂਫੀਜ਼ਮ ਔਰ ਇਸ ਪੰਜਾਬ ਦਾ ਆਪਣਾ। ਸੋ ਇਹ 5-6 ਦਾ ਬਲੈਂਡ ਜਿਹੜਾ ਹੈ, ਇਹ ਮੈਂ ਸਮਝਦਾ ਇਹ ਲੋਕਾਂ ਨੂੰ, ਇਹ ਮੀਆਂ ਸਾਹਿਬ ਨੇ ਫਰਮਾਇਆ ਇਹਦੇ 'ਚ ਕਿ ਦੇਸ਼ ਪੰਜਾਬ ਦੇ ਸ਼ਾਇਰ, ਦੇਸ਼ ਪੰਜਾਬ ਜ਼ਮੀਨ ਦੇ ਸ਼ਾਇਰ ਜਿਹੜੇ ਨੇ ਉਹ ਦਾਨਿਸ਼ ਵਾਲੇ ਹੋਏ ਨੇ। ਸੋ ਸਰਕਾਰ ਨੇ ਜ਼ਿਕਰ ਕੀਤਾ ਸੈਫ ਮਲੂਕ ਕਿਤਾਬ ਦੇ ਵਿੱਚ 42 ਜ਼ਿਕਰ ਕੀਤਾ ਸ਼ਾਇਰਾਂ ਦਾ। ਸੋ ਉਹਨਾਂ 42 ਸ਼ਾਇਰਾਂ ਦੇ ਵਿੱਚ ਹਜ਼ਰਤ ਬਾਬਾ ਫਰੀਦ ਸ਼ਕਰ ਗੰਜ, ਅਵਲ ਸ਼ੇਖ ਫਰੀਦ ਸ਼ਕਰ ਗੰਜ, ਆਰਫ ਅਹਿਲ ਵਲਾਇਤ, ਇੱਕ ਹਰਫ ਜ਼ਬਾਨ ਉਦੀਦਾ ਰੱਬ ਰਾਹ ਹਦਾਇਤ। ਦੈਨ ਮੀਆਂ ਸਾਹਿਬ ਟਾਕਸ ਅਬਾਊਟ ਬੁੱਲੇ ਸ਼ਾਹ। ਸੋ ਬੁੱਲੇ ਸ਼ਾਹ ਇਜ਼ ਵੈਰੀ ਪਾਵਰਫੁਲ ਪੋਇਟ, ਸੂਫੀ ਪੋਇਟ ਆਫ ਪੰਜਾਬ। ਸੋ ਬੁੱਲੇ ਸ਼ਾਹ ਦੇ ਬਾਰੇ ਮੀਆਂ ਸਾਹਿਬ ਕਹਿੰਦੇ ਪਏ 1862 ਵਿੱਚ ਜਦੋਂ ਕਿਤਾਬ ਲਿਖੀ ਮੀਆਂ ਸਾਹਿਬ ਸੈਫ ਮਲੂਕ, ਆਪ ਫਰਮਾਉਂਦੇ ਨੇ ਕਿ ਬੁੱਲੇ ਸ਼ਾਹ ਦੀ ਕਾਫੀ ਸੁਣ ਕੇ ਤਰੁੱਟਦਾ ਕੁਫਰ ਅੰਦਰ ਦਾ, ਅੰਦਰ ਜਿਹੜਾ ਇਨਸਾਨ ਦੇ ਕੁਫਰ ਹੁੰਦਾ ਹੈ ਬਾਤਨ ਦੇ ਵਿੱਚ, ਜਿਹੜਾ ਇਨਸਾਨ ਸਖਤੀ ਦੁਨੀਆ ਦੀ ਖਾਸ਼ਾਂ ਦੇ ਵਿੱਚ ਬੰਦਾ ਫਸ ਕੇ ਇਹਨੂੰ ਹਾਰਟ ਨੂੰ ਸਖਤ ਕਰ ਲੈਂਦਾ ਹੈ। ਸੋ ਬੁੱਲੇ ਸ਼ਾਹ ਦੀ ਕਾਫੀ ਸੁਣ ਕੇ ਵੈਨ ਹੀ ਲਿਸਨਸ ਦੀ ਕਾਫੀ ਆਫ ਬੁੱਲੇ ਸ਼ਾਹ, ਤਰੁੱਟਦਾ ਕੁਫਰ ਅੰਦਰ ਦਾ, ਵਾਦਤ ਦੇ ਦਰਿਆਵੇ ਅੰਦਰ ਉਹ ਵੀ ਵਤਿਆ ਤਰਦਾ। ਵਾਦਤ ਦੇ ਦਰਿਆ ਵਿੱਚ, ਵਾਟ ਇਜ਼ ਵਾਦਤ? ਵਨਨੈਸ। ਵਾਟ ਇਜ਼ ਵਨਨੈਸ? ਕਿ ਅਲ ਖਲਕੋ ਅਯਾਲੁल्लाह, ਕਿ तमाम ਜਿਹੜੀ ਦੁਨੀਆ ਦੀ ਮਖਲੂਕ ਹੈ ਇਹ ਅੱਲਾ ਦਾ ਕੁੰਭਾ ਹੈ। ਜਦੋਂ ਸਭ ਮਖਲੂਕ ਅੱਲਾ ਦਾ ਕੁੰਭਾ ਹੈ ਤੇ ਇਹਦਾ ਮਤਲਬ ਹੈ ਕਿ ਉਹ ਜਿਹੜੀ ਖਲਕ ਹੈ, ਜਿਹੜੀ ਵਾਦਤ ਹੈ, ਜਿਹੜਾ ਕਨਸੈਪਟ ਹੈ, ਜਿਹਨੂੰ ਲੋਕੀ ਅਸੀਂ ਅੰਡਰਸਟੈਂਡ ਨਹੀਂ ਕਰ ਪਾ ਰਹੇ। ਸੋ ਪੰਜਾਬ ਦੇ ਵਿੱਚ ਸਾਡੇ ਨੇ ਸੂਫੀਆਂ ਬਾਬਿਆਂ ਨੇ ਜਿਹੜੀ ਗੱਲ, ਮੈਂ ਇਸ ਆਖਰ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਉਹ ਇਹ ਹੈ ਕਿ ਮੀਆਂ ਸਾਹਿਬ ਨੂੰ ਸਰਕਾਰ ਦੀ ਕਿਤਾਬ ਸੈਫ ਮਲੂਕ 'ਚ ਫਰਮਾਉਂਦੇ ਨੇ ਕਤਰਾ ਵੰਝ ਪਿਆ ਦਰਿਆਵੇ, ਫਿਰ ਉਹ ਕੌਣ ਕਹਾਵੇ, ਜਿਸ ਤੇ ਆਪਣਾ ਆਪ ਗਵਾਵੇ ਆਪ ਉਹ ਬਣ ਜਾਵੇ। ਸੋ ਜਦੋਂ ਕਤਰਾ ਜਿਹੜਾ ਰਾਂਝਾ ਰਾਂਝਾ ਕਰਦੀ ਨਹੀਂ, ਮੈਂ ਆਪੇ ਹੀ ਰਾਂਝਾ ਹੋਈ, ਇਸੇ ਗੱਲ ਹੋ ਕੇ ਮੀਆਂ ਸਾਹਿਬ ਤੌਹੀਦ ਨੂੰ ਡਿਫਾਈਨ ਕਰ ਰਹੇ ਨੇ ਕਿ ਵਾਦਤ ਦਾ ਦਰਿਆ ਵਡੇਰਾ। ਇਹ ਜਿਹੜਾ ਵਾਦਤ ਦਾ ਦਰਿਆ, ਵਨਨੈਸ, ਟੂ ਲਵ ਗਾਡ, ਅੱਲਾ ਨਾਲ ਪਿਆਰ ਕਰਨਾ, ਅੱਲਾ ਦੇ ਰਸੂਲ ਨਾਲ ਪਿਆਰ ਕਰਨਾ, ਇੱਥੇ ਰੱਬ ਇੱਥੇ ਰਸੂਲ। ਸੋ ਅੱਖਾਂ ਵਿੱਚ ਨੂਰ ਤਦ ਹੋਏਗਾ ਨਾ, ਵਰਨਾ ਤਾਂ ਫਤੂਰ ਹੁੰਦਾ ਹੈ। ਸੋ ਕਹਿੰਦੇ ਵਾਦਤ ਦਾ ਦਰਿਆ ਵਡੇਰਾ ਜਾਂ ਮੌਜਾਂ ਵਿੱਚ ਆਵੇ, ਡਾਬਾਂ ਵੱਖਰੀਆਂ ਬੰਨ ਟੰਨਾ ਇੱਕੋ ਲਹਿਰ ਬਣਾਵੇ। ਡਾਬਾਂ, ਇਹ ਪਾਣੀ ਦੀ ਨਿੱਕੀ ਨਿੱਕੀ ਡਾਬਾਂ, ਸਾਡਾ ਇਲਾਕਾ ਪਿੰਡੀ ਡਿਵੀਜ਼ਨ ਜਿਹੜਾ ਹੈ, ਜਿਹਨੂੰ ਅਸੀਂ ਪਠਵਾਰ ਦਾ ਇਲਾਕਾ ਕਹਿੰਦੇ ਹਾਂ ਪੰਜਾਬ ਦੇ ਵਿੱਚ, ਇਹਦੇ ਵਿੱਚ ਡਾਬਾਂ ਪਾਣੀ ਦੇ ਨਿੱਕੇ ਨਿੱਕੇ ਛਪੜੀਆਂ ਹੁੰਦੀਆਂ ਨੇ। ਸੋ ਸਰਕਾਰ ਫਰਮਾਉਂਦੇ ਨੇ ਇਹ ਜਿਹੜੀ ਡਾਬਾਂ ਨੇ, ਦੈਟ ਇਜ਼ ਕਾਲਡ ਸਮਾਲ ਆਈਡੈਂਟੀਟੀਜ਼। So we are actually enriched ourselves. We have that we are, मैं गुज्जर हाँ, मैं राई हाँ, मैं सैयद हाँ, मैं ये different caste, या मैं चिट्टा, मैं गोरा, अमीर, गरीब, पठान, पंजाबी, these all are the डाबा, small pond of the water. So कहते हैं डाबा वखरियां बन टन्ना इक्को लहर बनावे। एक लहर बनती है, कद बनती एक लहर जो तुसी वादत दे दरिया विच आउंदे हो, when you have the truthful 100% true feeling of the God in your heart as well as in your eyes and the brain. Thank you very much.
command and smoking weed and watching people in the hostages get up and go to work. Produce actually started. So before the World War, the British. لا المسافر النهارده चीज़ें मुझे बता के जाना, मेरा इंटरव्यू कहाँ छपेगा और अपने बता देना, ठीक है? मुझे पेन दे यार। जी, माय नेम इज़ अदनान सर, आई एम रिप्रेजेंटिंग हियर लिबर्टी बुक्स। हम लोग जो है आज इवेंट को जो है लास्ट डे होगा आज इवेंट का किताबों के लिहाज से, तो आज उम्मीद है कि पब्लिक की जो शिरकत है इस इवेंट में बहुत ज़्यादा होगी, क्योंकि पहले दिन कुछ आवाम इस इवेंट में कम थी, दूसरे दिन रश लोगों का बढ़ा और आज उम्मीद है कि काफ़ी आवाम जो है इसमें शिरकत के लिए आएगी। और किताबों के हवाले से काफ़ी लोग क्योंकि दिमाग में यही लेके आ रहे हैं लोग कि किताबें ख़रीदनी है खाली, और उसके लिहाज से किताबों की सेल्स जो है यहाँ पे हो रही है, काफ़ी अच्छा रिस्पॉन्स है, बाहर से राइटर्स वगैरह भी आ रहे हैं और पूरी दुनिया से लोग इस इवेंट में शिरकत कर रहे हैं और ये बहुत ही कामयाब इवेंट रहा इस साल का। When you see the story, for example, of all these young girls now wanting to go back to England, and England says, I mean, in the case of this young girl, Shamima Begum, England said, go back to Bangladesh. She's never even been to Bangladesh before. She was born in Britain, she was raised in Britain, and she was radicalized in Britain. She is Britain's responsibility. Why is she Bangladesh? Just isn't. So that immediate response is a tweet or an op-ed or an article, right? But the feeling of a young girl, whatever her crime may be, stranded in the world, and the fear that she must feel, that's fiction. I think even when you mentioned earlier the hesitation for hearing these kinds of stories and for putting a face to these people, I think what we see a lot, and there's been a lot of work done on this recently, fiction and non-fiction, but a lot of the stories are redemptive. And I think even with Shamima's case, the thing that was confusing a lot of people, or they didn't necessarily know how to respond to it, is her maybe not appearing abject, and not appearing apologetic for what had happened or the choices that she'd made. She finds herself in a tricky situation. But I think a lot of people were concerned that they weren't seeing the image of a woman who's sort of falling to pieces and saying, I made this terrible decision, and please forgive me. And I think with your book as well, this isn't a redemptive story. The characters and their choices, there isn't a lot of explanation, resolution, and the reader sort of comes away thinking, people who made bad choices and now feel terrible for those bad choices. Was that sort of difficult for you to do, to consciously say, I'm not going to make this another redemptive story, and to sort of boil it down very easily to this Western concept of Muslims doing terrible things, Muslims then getting caught out and feeling bad about it? Why do we have to apologize all the time? I don't understand why we're always forced on an apology tour. And, you know, Tony Blair, who launched a war on false intelligence and has a conservative estimate of 500,000 lives on his hand, has never apologized. Tony Blair insists on his lack of remorse and says the world is a better place thanks to my decision to invade Iraq. I mean, do you remember that he wrote a memo to Bush 8 months before the war started, saying, I will be with you, whatever, which frankly is a bit embarrassing. But when you think that that memo is not just embarrassing, but related to
You never show up before 10, and leave the coffee at 12. To share. And it's a process, I think, of engaging deeply with something of, I don't think a day ought to go by that Pakistan doesn't remember and salute that kind of stuff. To be a Muslim or to be brown was not a threat to most of the world. And so I wrote this book because of that, because I felt wounded by that perception. Really of anyone who's not white, actually. It's not just about Pakistanis, of anyone that comes from the global south. This kind of fear of migration, this fear of the other. And it's set around the stories of 4 young people, 2 women and 2 men. You know, one is from England, the rest are from Karachi. And it also occurred to me that actually the West doesn't really understand radicalism. Not because, I mean, it's a willful misunderstanding. They don't want to understand radicalism. There's an industry built on not understanding radicalism. And that's making things worse. And you mentioned that About radicalism, because it fits their idea. And anything that disturbs their idea, anything that doesn't come at them from an angle they can receive, they don't want. Well, I suppose everyone is like that, not just them. But on the position of radicalism, I was told specifically, don't do this book. Nobody wants to read about these people. And that's not true. I want to read about these people. You know, and I don't know if that's what brought you to your book, but when I'm sitting down to write, I want to write about the stuff that I'm not finding somewhere else. But then for you, for instance, when you do have such a huge platform, I think you have like more than 2 million followers on Twitter. It's a pretty sizable following. When you are concerned with things that you are seeing around you, when you do hear these sorts of reactions from people who should maybe think differently about migrants or what's going on in the world around them, what is it that ends up in a book? What is it that ends up in an op-ed piece? Or maybe just even a tweet where how do you decide what goes where?